ਨਮਸਕਾਰ, ਸਤਿ ਸ੍ਰੀ ਅਕਾਲ। ਜਾਗੋ ਪੰਜਾਬ ਵਿੱਚ ਤੁਹਾਡਾ ਸਭ ਦਾ ਸਵਾਗਤ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਵਿਧਾਨ ਸਭਾ ਲਈ ਵੀ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਉੱਘੇ ਖਿਡਾਰੀ ਰਹਿ ਚੁੱਕੇ ਓਲੰਪੀਅਨ ਤੇ ਪਦਮ ਸ਼੍ਰੀ ਪ੍ਰਗਟ ਸਿੰਘ ਵੀ ਇਸੇ ਵਿਧਾਨ ਸਭਾ ਦੇ ਮੈਂਬਰ ਨੇ। ਅਕਾਲੀ ਸੀਟ ਜਲੰਧਰ ਕੈਂਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਪ੍ਰਗਟ ਸਿੰਘ ਨਾਲ ਅਸੀਂ ਸਿਆਸਤ ਦੇ ਨਾਲ ਖੇਡਾਂ, ਖਾਸ ਕਰਕੇ ਦੇਸ਼ ਦੀ ਹਾਕੀ ਬਾਰੇ ਗੱਲਬਾਤ ਕਰਾਂਗੇ। ਪ੍ਰਗਟ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ। ਇਹ ਮੈਂ ਦੱਸੇ ਤੁਹਾਨੂੰ ਪਦਮ ਸ਼੍ਰੀ, ਓਲੰਪੀਅਨ, ਪੁਲਿਸ ਆਫਿਸਰ ਕਿ ਜਾਂ ਅਕਾਲੀ ਜਥੇਦਾਰ ਕਹੀਏ ਜੀ, ਜਿੱਥੇ ਵੀ ਗਏ ਤੁਹਾਨੂੰ ਲੋਕਾਂ ਦਾ ਭਰਵਾਂ ਪਿਆਰ ਮਿਲਿਆ ਗਿਆ ਜੀ? ਦੇਖੋ, ਮੇਰਾ ਕੰਮ ਕਰਨਾ ਮੇਰੀ ਫਿਤਰਤ ਦੇ ਵਿੱਚ ਹੈਗਾ ਔਰ ਮੈਂ ਜਿੱਥੇ ਵੀ ਗਿਆ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਮੈਂ ਪੁਲਿਸ ਆਫੀਸਰ ਸੀਗਾ ਤੇ ਉੱਥੇ ਵੀ ਜਸਟਿਸ ਦੇ ਲੈਵਲ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ। ਜੇ ਮੈਂ ਡਾਇਰੈਕਟਰ ਸਪੋਰਟ ਸੀ ਉਦੋਂ ਪਹਿਲਾਂ ਇੱਕ ਦੋ ਅਹੁਦਿਆਂ 'ਤੇ ਉਦੋਂ ਪਹਿਲਾਂ ਵੀ ਸੀ, ਬਟ ਜਿੱਥੇ ਵੀ ਮੈਂ ਗਿਆ ਉੱਥੇ ਕੋਸ਼ਿਸ਼ ਕੀਤੀ ਆ ਵੀ ਉਹਦੇ ਉਸ ਸੀਟ ਦੇ ਵਕਾਰ ਦੇ ਵਿੱਚ ਕਿਤੇ ਗਿਰਾਵਟ ਨਾ ਆਵੇ। ਅੱਛਾ, ਤੁਸੀਂ ਦੇਸ਼ ਲਈ ਬੜੇ, ਸਾਨੂੰ ਵੀ ਮਾਣ ਹੈ, ਪੂਰੇ ਭਾਰਤ ਵਾਸੀਆਂ ਨੂੰ ਮਾਣ ਆ ਤੁਹਾਡੀ। ਤੁਸੀਂ ਅਗਵਾਈ 'ਚ ਅਸੀਂ ਓਲੰਪਿਕ ਵੀ ਦੇਖੀ ਹੈਗੀ, ਤੁਹਾਡੇ ਖੇਡ ਦੇ ਤੁਸੀਂ ਨੁਮਾਇੰਦਗੀ ਕੀਤੀ ਭਾਰਤ ਦੀ। ਅਚਾਨਕ ਤੁਹਾਨੂੰ ਸਿਆਸਤ ਦੇ ਖਿਡਾਰੀ ਬਣਨ ਦਾ ਕਿਵੇਂ ਸ਼ੌਕ ਜਾਗਿਆ ਜੀ? ਨਹੀਂ ਤਾਂ ਸਰਕਮਸਟਾਂਸਿਸ ਇਹੋ ਜਿਹੇ ਹੋ ਗਏ, ਮੈਂ ਤਾਂ ਇਹ ਕਹਿ ਸਕਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੈਨੂੰ 5-6 ਸਾਲ ਕੰਮ ਕਰਨ ਦਾ 5 ਸਾਲ ਮੌਕਾ ਮਿਲਿਆ। ਤੇ ਕਿਉਂਕਿ ਦੇਖੋ, ਜੇ ਚੇਂਜ ਲਿਆਉਣੀ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਆਪਾਂ ਸਾਰੇ ਹੀ ਕਹਿੰਦੇ ਆ ਵੀ ਰਾਜਨੀਤੀ ਜਿਹੜੀ ਆ ਉਹ ਮਾੜੀ ਆ, ਗੰਦੀ ਆ, ਪਰ ਜੇ ਚੇਂਜ ਲਿਆਉਣੀ ਆ, ਜੇ ਚੰਗਾ ਬੰਦਾ ਹੀ ਆਊਗਾ ਤਾਂ ਚੇਂਜ ਆਉਣੀ ਆ, ਨਹੀਂ ਤਾਂ ਨਹੀਂ ਆਉਣੀ। ਆਪਾਂ ਕਹੀਏ ਓਵਰਨਾਈਟ ਚੇਂਜ ਆ ਜੂਗੀ, ਉਹ ਵੀ ਸ਼ਾਇਦ ਪੋਸੀਬਿਲਿਟੀ ਨਹੀਂ ਹੈਗੀ, ਪਰ ਚੰਗੇ ਕਿਰਦਾਰ ਜੇ ਸਿਸਟਮ 'ਚ ਲਿਆਵਾਂਗੇ ਤਾਂ ਚੀਜ਼ ਦੇ ਜ਼ਿਆਦਾ ਚਾਂਸ ਹੈ। ਔਰ ਇਸ ਗੱਲ ਲਈ ਮੈਨੂੰ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਦੋਂ ਮੈਨੂੰ ਕਿਹਾ ਕਿ ਆਪਾਂ ਇੱਦਾਂ ਕਰ ਲਈਏ ਤਾਂ ਮੈਂ ਵੀ ਇਹੀ ਗੱਲ ਕੁਐਸਚਨ ਕੀਤਾ ਵੀ ਨਹੀਂ ਜੀ, ਬੜਾ ਗੰਦਾ ਕੰਮ ਆ। ਬਿਲਕੁਲ। ਉਹ ਕਹਿੰਦੇ ਯਾਰ ਤੂੰ ਤਾਂ ਹਮੇਸ਼ਾ ਕਦੀ ਕਲਮਾਡੀ ਨਾਲ ਲੜਦਾ ਰਿਹਾ, ਕਦੀ ਕਿਸੇ ਨਾਲ ਲੜਦਾ ਰਿਹਾ, ਜੇ ਤੇਰੇ ਵਰਗੇ ਬੰਦੇ ਨਹੀਂ ਆਉਣਗੇ ਤਾਂ ਫਿਰ ਅਸੀਂ ਕਿਤੇ ਨਾ ਕਿਸੇ ਉਹੋ ਜਿਹੇ ਬੰਦੇ ਨੂੰ ਲਿਆਵਾਂਗੇ ਜਿਹਦਾ ਅਕਸ ਬਹੁਤਾ ਚੰਗਾ ਨਹੀਂ ਹੋਊਗਾ। ਉਸ ਗੱਲ ਨੇ ਹੀ ਮੈਨੂੰ ਬੇਸਿਕਲੀ, ਮੈਂ ਸਮਝਦਾ ਕਿ ਇੱਕ ਕਿਸਮ ਦਾ ਪ੍ਰੇਰਿਤ ਕਰ ਦਿੱਤਾ ਕਿ ਯਾਰ ਜੇ ਤੂੰ ਨਹੀਂ ਤਾਂ ਹੋਰ ਕੌਣ। ਬਿਲਕੁਲ। ਅੱਛਾ, ਕਿਤੇ ਇਹ ਵੀ ਤਾਂ ਨਹੀਂ ਹੈਗਾ ਤੁਹਾਡੇ ਜਿਹੜੇ ਸਹੁਰਾ ਸਾਹਿਬ ਨੇ ਸਰਦਾਰ ਦਰਬਾਰਾ ਸਿੰਘ, ਉਹ ਵਿਧਾਨ ਸਭਾ ਦਾ ਸਪੀਕਰ ਹੈ, ਫਿਰ ਜਲੰਧਰ ਤੋਂ MP ਰਹੇ, ਫਿਰ ਰਾਜਸਥਾਨ ਦੇ ਗਵਰਨਰ ਹੈ, ਕਿਤੇ ਉਹਨਾਂ ਤੋਂ ਵੀ ਥੋੜ੍ਹਾ ਪ੍ਰਭਾਵਿਤ ਰਹੇ ਹੈਗੇ ਜੀ ਤੁਸੀਂ? ਨਹੀਂ, ਡੈਫੀਨੇਟਲੀ। ਦੇਖੋ, ਜਿਹੜੇ ਵੀ ਚੰਗੇ ਇਨਸਾਨ ਹੈਗੇ ਆ ਜਾਂ ਜ਼ਿੰਦਗੀ ਦੇ ਵਿੱਚ, ਤੁਹਾਨੂੰ ਦੇਖੋ ਹਰ ਇਨਸਾਨ 'ਚ ਕਈ ਚੰਗੀਆਂ ਚੀਜ਼ਾਂ ਹੁੰਦੀਆਂ, ਕੁਛ ਮਾੜੀਆਂ ਹੁੰਦੀਆਂ। ਸੋ ਜਿਹੜੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਸਿੱਖਣੀਆਂ ਚਾਹੀਦੀਆਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਤੋਂ ਵੀ ਪ੍ਰਭਾਵਿਤ ਸੀ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਦਾ ਨਜ਼ਰੀਆ ਸੀਗਾ ਉਹ ਵੀ ਕਿਤੇ ਨਾ ਕਿਤੇ ਇਹਦੇ ਲਈ ਢੁਕਵਾਂ ਸੀਗਾ ਕਿ ਹਾਂ ਵੀ ਸਾਡੇ ਦੇਸ਼ ਦੇ ਜਿਹੜੇ ਸਿਆਸਤਦਾਨ ਆ ਉਹ ਕਿੱਧਰ ਨੂੰ ਜਾ ਰਹੇ ਆ, ਉਹ ਕੀ ਸੋਚ ਰਹੇ ਆ। ਕਿਉਂਕਿ ਜਿਹੜੀ ਸਮੇਂ ਦੀ ਉਹਨਾਂ ਨੇ ਪੋਲੀਟਿਕਸ ਕੀਤੀ ਸੀ, ਬਿਲਕੁਲ ਉਹਦੇ ਨਾਲੋਂ ਅੱਜ ਕਈ ਚੀਜ਼ਾਂ ਦੇ ਵਿੱਚ ਗਿਰਾਵਟ ਆਈ। ਆਪਾਂ ਲੈਟਸ ਬੀ ਵੈਰੀ ਫਰੈਂਕ ਕਿ ਕਿਰਦਾਰ ਦੇ ਵਿੱਚ ਸਾਡੇ ਕਿਤੇ ਨਾ ਕਿਤੇ ਕਮੀ ਆਈ ਆ। ਸੋ ਉਸ ਕਿਰਦਾਰ ਨੂੰ ਅੱਜ ਖੜਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਕਿਸੇ ਵੀ ਦੇਸ਼ ਦਾ, ਕਿਸੇ ਵੀ ਸਮਾਜ ਦਾ, ਕਿਸੇ ਵੀ ਸਟੇਟ ਦਾ ਜਿਹੜੀ ਉਹਦੀ ਤਰੱਕੀ ਆ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਕਿਰਦਾਰ ਦੇ ਉੱਤੇ ਨਿਰਭਰ ਕਰਦੀ ਹੈ। ਬਿਲਕੁਲ ਜੀ, ਬਿਲਕੁਲ। ਪੋਲੀਟੀਸ਼ੀਅਨ ਵੀ ਉਹਦੇ ਵਿੱਚੋਂ ਹੀ ਆ, ਬਿਊਰੋਕਰੈਟ ਵੀ ਉਹਦੇ ਵਿੱਚੋਂ ਹੀ ਆ, ਅਤੇ ਲੋਕਾਂ ਦੇ ਵਿੱਚੋਂ ਅਸੀਂ ਸਾਰੇ ਆਉਂਦੇ ਹਾਂ। ਪਰ ਜੇ ਅਸੀਂ ਇੱਦਾਂ ਦੀ ਸੋਚ ਰੱਖਾਂਗੇ, ਕਿਉਂਕਿ ਦੇਖੋ ਮਸਲ ਪਾਵਰ ਅਤੇ ਮਨੀ ਪਾਵਰ ਜਿੱਥੇ ਵੀ ਇਕੱਠੀ ਹੁੰਦੀ ਆ ਉੱਥੇ ਡੈਮੋਕ੍ਰੇਸੀ ਦੇ ਵਿੱਚ ਕਿਤੇ ਨਾ ਕਿਤੇ ਗਿਰਾਵਟ ਆਉਂਦੀ ਆ। ਬਿਲਕੁਲ। ਔਰ ਸਾਡੇ ਦੇਸ਼ ਦੇ ਵਿੱਚ ਪਿਛਲੇ 65 ਸਾਲਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਸਿਆਸਤਦਾਨ ਮਾੜੇ ਆ, ਸਾਰੇ ਬਿਊਰੋਕਰੈਟਸ ਮਾੜੇ ਆ, ਚੰਗੇ ਵੀ ਹੈਗੇ ਆ, ਲੇਕਿਨ ਕਿਤੇ ਨਾ ਕਿਤੇ ਮਾੜਿਆਂ ਦੀ ਬਹੁਤਾਤ ਜਦੋਂ ਵੱਧ ਜਾਂਦੀ ਆ ਤਾਂ ਫਿਰ ਸਮਾਜ ਦੀ ਜਿਹੜੀ ਦਿੱਖ ਆ ਉਹ ਮਾੜੀ ਲੱਗਣ ਲੱਗ ਪੈਂਦੀ ਆ। ਕਿਉਂਕਿ ਸਤਯੁਗ ਦੇ ਵਿੱਚ ਵੀ ਤਾਂ ਮਾੜੇ ਚੰਗੇ ਬੰਦੇ ਸੀ, ਬਿਲਕੁਲ। ਲੇਕਿਨ ਅੱਜ ਦੇ ਸਮਾਜ ਦੇ ਵਿੱਚ ਜਦੋਂ ਬਹੁਤਾਤ ਮਾੜੀ ਹੋ ਜਾਂਦੀ ਹੈ, ਉਹਦੇ ਰਿਜ਼ਲਟ ਮਾੜੇ ਨਿਕਲਣ ਲੱਗ ਪੈਂਦੇ ਆ ਅਤੇ ਸਾਨੂੰ ਸਮਾਜ ਰੁੱਖਾ ਲੱਗਣ ਲੱਗ ਪੈਂਦਾ। ਅਤੇ ਜਦੋਂ ਸਮਾਜ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਦੀ ਦਿੱਖ ਜਿਹੜੀ ਚੰਗੀ ਹੋਣ ਲੱਗ ਪੈਂਦੀ ਆ, ਸਮਾਜ ਜਿਹੜਾ ਉਹ ਚੰਗਾ ਲੱਗਣ ਲੱਗ। ਨਾਲੇ ਜੋ ਸਮਾਜ ਬੀਜੇਗਾ ਉਹੀ ਫਿਰ ਵੱਡੇਗਾ, ਫਸਲ ਹੈ ਤੇ ਸਾਰੀ ਸਮਾਜ ਦੀ ਦੇਣ ਆ। ਜੋ ਗਿਰਾਵਟ ਕਦਰਾਂ ਕੀਮਤਾਂ ਆਈਆਂ ਤੇ ਚਾਰੇ ਪਾਸੇ ਆਈਆਂ ਨੇ। ਅਤੇ ਉਹਦੇ ਵਿੱਚ ਦੇਖੋ, ਮੈਂ ਸਮਝਦਾ ਕਿ ਜਿਹੜਾ ਪਿਛਲੇ 65 ਸਾਲਾਂ ਦੇ ਵਿੱਚ ਜੋ ਸਾਡੇ ਦੇਸ਼ ਦੀ ਤਸਵੀਰ ਸਾਹਮਣੇ ਆਈ ਆ ਉਹਦੇ ਵਿੱਚ ਰੰਗ ਤਾਂ ਸਾਰਿਆਂ ਨੇ ਭਰਿਆ। ਬਿਲਕੁਲ। ਮੈਂ ਸਮਝਦਾ ਜਿਹਦੇ ਕੋਲ ਜਿੰਨੀ ਪਾਵਰ ਸੀ ਉਹਨੇ ਉਹਦੇ ਵਿੱਚ 4 ਬੁਰਸ਼ ਵੱਧ ਮਾਰ ਦਿੱਤੇ। ਬਿਲਕੁਲ। ਜੇ ਮਾਰਿਆ ਤਾਂ ਸਾਰਿਆਂ ਨੇ। ਆਪਾਂ ਕਹੀਏ ਕਿ ਪੋਲੀਟੀਸ਼ੀਅਨ ਇਕੱਲੇ ਨਹੀਂ ਮਾਰਿਆ, ਬਿਊਰੋਕਰੈਟ ਇਕੱਲੇ ਨਹੀਂ ਮਾਰਿਆ, ਨਹੀਂ, ਉਹਨਾਂ ਨੇ ਥੋੜ੍ਹਾ ਵੱਧ ਮਾਰਿਆ, ਠੀਕ ਹੈ ਨਾ,
ਤੇ ਲੇਕਿਨ ਆਮ ਲੋਕਾਂ ਨੇ ਵੀ ਘੱਟ ਨਹੀਂ ਕੀਤੀ। ਸੋ ਸਾਨੂੰ ਸਾਰਿਆਂ ਨੂੰ, ਅਸੀਂ ਜੇ ਡੈਮੋਕ੍ਰੇਸੀ ਦਾ ਇੱਕ ਚੰਗਾ ਰੂਪ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਉਹਦੇ ਐਫਰਟ, ਆਪਣੀ ਜ਼ਿੰਮੇਵਾਰੀ, ਐਫਰਟ ਉਹ ਸਾਰਿਆਂ ਨੂੰ ਕਰਨੇ ਪੈਣਗੇ। ਜਦੋਂ ਕਦਰਾਂ ਕੀਮਤਾਂ ਤੇ ਅਸੀਂ ਖੰਡ ਲੱਗ ਪਾਂਗੇ ਤੇ ਸਾਡੇ ਸਮਾਜ ਦੀ ਦਿੱਖ ਬਦਲ ਜੂਗੀ, ਸਾਡਾ ਜਸਟਿਸ ਦਾ ਲੈਵਲ ਵੱਧ ਜੂਗਾ, ਪੋਲੀਟੀਸ਼ੀਅਨ ਵੀ ਉੱਦਾਂ ਸੋਚੂਗਾ। ਸੋ ਸਾਰੀਆਂ ਚੀਜ਼ਾਂ ਉਹਦੇ ਨਾਲ ਕਿਤੇ ਨਾ ਕਿਤੇ ਰਿਲੇਟਡ ਹੈਗੀਆਂ। ਅੱਛਾ ਭਾਈ, ਤੁਸੀਂ ਕੰਮ ਕੀਤਾ ਬਤੌਰ ਡਾਇਰੈਕਟਰ ਪੰਜਾਬ ਖੇਡ ਵਿਭਾਗ ਦੇ, ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈਗਾ। ਉਸ ਤੋਂ ਬਾਅਦ ਤੁਸੀਂ ਜਲੰਧਰ ਕੈਂਟ ਤੋਂ ਵਿਧਾਇਕ ਚੁਣੇ ਗਏ। ਜਿਹੜੇ ਖੇਡ ਪ੍ਰੇਮੀ ਹੈਗੇ ਨਾ, ਉਹ ਖਾਸ ਕਰ ਹਜੇ ਵੀ ਕਹਿ ਰਹੇ ਨੇ ਕਿ ਪ੍ਰਗਟ ਸਿੰਘ ਤੋਂ ਬਾਅਦ ਜਿਹੜਾ ਖੇਡ ਵਿਭਾਗ ਹੈ ਉਹ ਸੁੰਨਾ ਸੁੰਨਾ ਹੋ ਗਿਆ, ਵਾਂਝਾ ਵਾਂਝਾ ਹੋ ਗਿਆ। ਕਿਹੋ ਜਿਹੇ ਕੰਮ ਕੀਤੇ ਜਾ ਸਕਦੇ ਹੈਗੇ ਸੀ ਹੋਰ ਜਿਹੜੇ? ਨਹੀਂ ਦੇਖੋ, ਮੈਂ ਇਹਦੇ ਵਿੱਚ ਤਾਂ ਜੇ ਕੁਝ ਵੀ ਕਹੂੰਗਾ ਤਾਂ ਉਹ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ। ਨਹੀਂ, ਜੱਗ ਜਾਣਦਾ ਹੈਗਾ ਜੋ ਵੀ ਤੁਸੀਂ ਕੰਮ ਕੀਤਾ। ਪਰ ਕੋਸ਼ਿਸ਼ ਦੇਖੋ ਇਹ ਹੈ ਕਿ ਜੋ ਦੁਨੀਆ ਦੇ ਉੱਤੇ ਸਪੋਰਟਸ ਦਾ ਨਕਸ਼ਾ ਆ, ਸਾਡੇ ਨੌਜਵਾਨ ਵੀ ਉਨੇ ਹੀ ਕੈਪੇਬਲ ਹੈਗੇ ਆ। ਬਿਲਕੁਲ। ਲੇਕਿਨ ਉਹਨਾਂ ਨੂੰ ਇੱਕ ਸੇਧ ਦੇਣ ਦੀ ਜ਼ਰੂਰਤ ਹੈ। ਕਈ ਵਾਰੀ ਸਾਡੇ ਸਿਸਟਮ ਦੇ ਵਿੱਚ ਹੁਣ ਗਿਰਾਵਟ ਕਿਹੜੀ ਆ ਜਾਂਦੀ ਆ ਕਿ ਅਸੀਂ ਕਾਗਜ਼ਾਂ ਪੱਤਰਾਂ ਦੇ ਵਿੱਚ ਤਾਂ ਕਈ ਚੀਜ਼ਾਂ ਕਰੀ ਜਾਂਦੇ ਹਾਂ, ਪਰ ਜਿਹੜੀ ਗਰਾਊਂਡ ਰਿਐਲਿਟੀ ਆ, ਮੇਰਾ ਜਿਹੜਾ ਡਿਫਰੈਂਸ ਆਫ ਓਪੀਨੀਅਨ ਆ ਕਈ ਲੋਕਾਂ ਨਾਲੋਂ, ਉਹ ਇਹ ਹੈ ਕਿ ਯਾਰ ਆਪਾਂ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ। ਜਿਹੜਾ ਐਂਡ ਯੂਜ਼ਰ ਆ, ਕੀ ਉੱਥੇ ਉਹ ਗੱਲ ਪਹੁੰਚ ਰਹੀ ਆ ਕਿ ਨਹੀਂ ਪਹੁੰਚ ਰਹੀ। ਅਸੀਂ ਬਿਊਰੋਕ੍ਰੇਸੀ ਵੀ ਸਾਡੀ ਦੇਖੋ, ਕਾਗਜ਼ ਕੂਗਜ਼ ਇਕੱਠੇ ਕਰਕੇ ਵੀ ਹਾਂਜੀ ਆ ਵੀ ਕੀਤਾ, ਆ ਵੀ ਕੀਤਾ ਜੀ, ਆ ਵੀ ਕੀਤਾ, ਪਰ ਕਰਨ ਦਾ ਨਜ਼ਰੀਆ, ਜਿਹੜਾ ਕਰਨ ਦਾ ਲਹਿਜ਼ਾ, ਉਹ ਸਪਿਰਿਟ ਜਿਹੜੀ ਆ, ਕੀ ਉਹ ਹੈਗੀ ਉਹਦੇ 'ਚ? ਆਪਾਂ ਥੋੜਾ ਕਰ ਲਈਏ, ਬਿਲਕੁਲ, ਪਰ ਕਰੀਏ ਤਾਂ ਠੀਕ। ਅਸੀਂ ਕਈ ਵਾਰੀ ਬਹੁਤਾ ਖਲਾਰਾ ਪਾ ਕੇ ਬਹਿ ਜਾਂਦੇ ਹਾਂ, ਲੇਕਿਨ ਜਦੋਂ ਗਰਾਊਂਡ ਰਿਐਲਿਟੀ ਤੇ ਜਾਂਦੇ ਹਾਂ ਤੇ ਉੱਥੇ 10% ਵੀ ਨਹੀਂ ਹੋਇਆ ਹੁੰਦਾ, ਤੇ ਕਾਗਜ਼ਾਂ ਸਾਡੇ ਖੇਡਾਂ ਵੀ ਕਈ ਹੋਈ ਜਾਂਦੀਆਂ, ਅਸੀਂ ਕਈ ਕੁਛ ਹੀ ਕਰ ਦਿੱਤਾ। ਪਰ ਉਹਨੂੰ ਗਰਾਊਂਡ ਰਿਐਲਿਟੀ ਤੱਕ ਲਿਆਉਣ ਲਈ ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਆ, ਕਿਉਂਕਿ ਸਾਡੀ ਜਿਹੜੀ ਟੌਪ ਲੈਵਲ ਬਿਊਰੋਕ੍ਰੇਸੀ ਆ ਤੇ ਇੰਪਲੀਮੈਂਟਿੰਗ ਬਿਊਰੋਕ੍ਰੇਸੀ ਜਿਹੜੀ ਡਿਸਟ੍ਰਿਕਟ ਲੈਵਲ ਤੇ ਇੰਪਲੀਮੈਂਟ ਕਰਦੀ ਆ, ਦੇयर ਇਜ਼ ਅ ਹਿਊਜ ਗੈਪ। ਉਹ ਜਿਹੜਾ ਗੈਪ ਆ ਸਾਨੂੰ ਫਿਲ ਕਰਨ ਦੀ ਜ਼ਰੂਰਤ ਆ, ਉਹਦੇ ਨਾਲ ਬੈਟਰ ਕੋਆਰਡੀਨੇਸ਼ਨ ਕਰਨ ਦੀ ਜ਼ਰੂਰਤ ਆ। ਜ਼ਰੂਰੀ ਨਹੀਂ ਹੈ ਕਿ ਗਵਰਨਮੈਂਟ ਤੋਂ ਇੱਕ ਸਰਕੂਲਰ ਚਲੇ ਗਿਆ ਤਾਂ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਉਹ ਲਾਸਟ ਲੈਵਲ ਤੱਕ ਚਲੇਗੀ। ਬਹੁਤ ਮਿਹਨਤ ਦੀ ਜ਼ਰੂਰਤ ਹੈਗੀ ਆ। ਮੈਂ ਨਹੀਂ ਕਹਿੰਦਾ, ਕਿਉਂਕਿ ਠੀਕ ਆ ਸਰਕਾਰਾਂ ਸਾਰਾ ਕੁਝ ਪੋਜ਼ਿਟਿਵਲੀ ਕਰਦੀਆਂ ਹੁੰਦੀਆਂ, ਬਟ ਐਟ ਦਾ ਸੇਮ ਟਾਈਮ ਜਿੱਥੇ ਰੀਚ ਐਂਡ ਯੂਜ਼ਰ ਤੱਕ ਪਹੁੰਚ ਜਾਵੇ, ਉਹ ਸਭ ਤੋਂ ਵਧੀਆ ਇੰਪਲੀਮੈਂਟੇਸ਼ਨ। ਅੱਛਾ, ਬੀਤੇ ਦਿਨ ਵਿਧਾਨ ਸਭਾ ਦੀ ਗੱਲ ਕਰੀਏ, ਤੁਸੀਂ ਸਵਾਲ ਵੀ ਪੁੱਛਿਆ ਕਿ ਖੇਡ ਪਾਲਿਸੀ ਨੂੰ ਲੈ ਕੇ, ਕਿਉਂਕਿ ਸਾਡੀ ਜਿਹੜੀ ਪਨੀਰੀ ਹੈਗੀ ਉਹ ਸਕੂਲਾਂ 'ਚ ਅਗਰ ਕਿਸੇ ਬੱਚੇ ਦਾ ਬੇਸ ਬਣ ਕੇ ਗਏ ਤੇ ਉਹੀ ਚੰਗੇ ਨਤੀਜਿਆਂ ਦੀ ਅਸੀਂ ਆਸ ਰੱਖ ਸਕਦੇ ਨੇ। ਖੇਡ ਪਾਲਿਸੀ ਵਾਕਈ ਨਹੀਂ ਬਣੀ ਹੈਗੀ ਕਿ ਜੇ ਬਣੀ ਹੈਗੀ ਹੈ ਅਧੂਰੀ ਹੈਗੀ ਹੈ? ਨਹੀਂ, ਖੇਡ ਪਾਲਿਸੀ ਤਾਂ ਬਣਾਤੀ ਮੈਂ, ਲੇਕਿਨ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਆ, ਦੇਖੋ ਉਹਦੇ 3 ਪੜਾਅ ਹੈਗੇ ਆ। ਅਮਰੀਕਾ ਦੇ ਵਿੱਚ ਵੀ, ਚਾਈਨਾ ਦੇ ਵਿੱਚ ਵੀ, ਦੁਨੀਆ ਦੇ ਉੱਤੇ ਜਿੱਥੇ ਵੀ ਖੇਡਾਂ ਹੈਗੀਆਂ, ਕਿਉਂਕਿ ਖੇਡਾਂ ਨੂੰ ਕਿਉਂ ਤਰਜੀਹ ਦਿੰਦੇ ਆ ਕਿ ਨਰੋਈ ਸੋਚ ਤੇ ਨਰੋਈ ਸਿਹਤ, ਕਿਉਂਕਿ ਜੇ ਨਰੋਈ ਸਿਹਤ ਹੋਊਗੀ ਤਾਂ ਹੀ ਉਹਦੇ ਵਿੱਚ ਨਰੋਈ ਸੋਚ ਆਉਣੀ ਹੈ। ਬਿਲਕੁਲ। ਅੱਛਾ, ਉਹਦੇ ਵਿੱਚ ਜਿਹੜੀ ਜਨਰਲ ਸਪੋਰਟਸ ਇਨ ਜਨਰਲ, ਪਾਰਟੀਕੂਲਰ ਤੇ ਸਪੈਸ਼ਲਾਈਜੇਸ਼ਨ, ਇਹ 3 ਪੜਾਈ ਆ। ਅਸੀਂ ਵਿਚਾਲੇ ਵਾਲੇ ਤੇ ਤਾਂ ਹਜੇ ਕੰਮ ਕਰ ਰਹੇ ਹਾਂ, ਕਿਉਂਕਿ ਸਪੋਰਟਸ ਮਹਿਕਮਾ ਫਿਰ ਵੀ ਕਿਤੇ ਨਾ ਕਿਤੇ ਮੈਂ ਹੁਣ ਤਾਂ ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਪਰ 3,500-4,000 ਬੱਚੇ ਤੱਕ ਅਸੀਂ ਲੈ ਗਏ ਸੀਗੇ। ਬਟ ਜਿਹੜਾ ਉਹਦਾ ਪਹਿਲਾ ਪੜਾਅ ਆ ਤੇ ਉਹਦਾ ਲਾਸਟ ਪੜਾਅ ਆ, ਜਿਹੜੀ ਸੁਪਰ ਸਪੈਸ਼ਲਾਈਜੇਸ਼ਨ ਐਂਡ ਜਨਰਲ, ਉਹਦੇ ਤੇ ਹਜੇ ਕੰਮ ਕਰਨ ਦੀ ਜ਼ਰੂਰਤ ਹੈ। ਇਸੇ ਕਰਕੇ ਮੈਂ ਐਜੂਕੇਸ਼ਨ ਮਿਨਿਸਟਰ ਨੂੰ ਵੀ, ਕਿਉਂਕਿ ਜਿਹੜਾ ਫਸਟ ਪਾਰਟ ਆ ਉਹ ਐਜੂਕੇਸ਼ਨ ਮਹਿਕਮੇ ਦਾ ਹਿੱਸਾ। ਭਾਈ ਗੱਲ ਕਰ ਰਹੇ ਸੀ ਪੰਜਾਬ ਦੀ ਖੇਡਾਂ ਦੀ, ਸਕੂਲਾਂ ਤੋਂ ਬੱਚੇ ਪੈਦਾ ਹੋਣ ਤੇ ਚੰਗੇ ਅਸੀਂ ਨਤੀਜਿਆਂ ਦੀ ਆਸ ਰੱਖ ਸਕਦੇ ਨੇ। ਸਾਡਾ ਜਿਹੜਾ ਪੂਰਾ ਹਿੰਦੁਸਤਾਨ ਹੈਗਾ ਨਾ, ਅਸੀਂ ਇੰਡੀਵਿਜੂਅਲ ਖੇਡਾਂ 'ਚ ਮਾਰ ਖਾ ਰਹੇ ਹੈਗੇ ਨੇ। ਉਹਨਾਂ ਨੂੰ ਖੇਡਾਂ ਨੂੰ ਜਿਹੜੇ ਇੰਡੀਵਿਜੂਅਲ ਗੇਮ ਆ, ਜਿੱਥੇ ਆਸ ਹੈਗੀ ਕਿ ਸਾਨੂੰ ਓਲੰਪਿਕ 'ਚ, ਏਸ਼ੀਅਨ 'ਚ, ਕਾਮਨਵੈਲਥ 'ਚ ਮੈਡਲ ਮਿਲ ਸਕਦਾ, ਉਹ ਕਿਹੋ ਜਿਹੇ ਧਿਆਨ ਦੇਣ ਦੀ ਲੋੜ ਹੈ? ਜਗਤਾਰ ਜੀ, ਬੇਸਿਕਲੀ ਪਾਲਿਸੀ ਮੈਟਰ ਜਿਹੜਾ ਆ, ਅਸੀਂ ਉਹਦੇ ਤੇ ਪਹਿਲਾਂ ਗਲਤੀ ਕਰ ਲਈ, ਕਿਉਂਕਿ ਸਪੋਰਟਸ ਐਂਡ ਐਜੂਕੇਸ਼ਨ ਇੱਕ ਦੂਸਰੇ ਦੇ ਸਾਏ ਹੈਗੇ ਆ। ਕਿਉਂਕਿ ਜਿੱਥੇ ਐਜੂਕੇਸ਼ਨ ਸਿਸਟਮ ਚੱਲਦਾ ਉੱਥੇ ਹੀ ਸਪੋਰਟਸ ਚੱਲਦਾ। ਪਹਿਲੀ ਗੱਲ ਤਾਂ ਅਸੀਂ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਸਪੋਰਟਸ ਮਹਿਕਮਾ ਅਲੱਗ ਕਰ ਲਿਆ, ਐਜੂਕੇਸ਼ਨ ਮਹਿਕਮਾ ਅਲੱਗ ਕਰ ਲਿਆ, ਕਿਉਂਕਿ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਦੀ, ਕਿਉਂਕਿ ਇਹ ਸਾਰਾ ਕੁਝ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਦੇ ਅੰਡਰ ਆਉਂਦਾ। ਸਾਡੀ ਦੇਖੋ ਜਿਹੜੀ ਫੋਕਸਿੰਗ ਆ, ਸਾਡੀ ਫੋਕਸਿੰਗ ਜਿਹੜਾ ਚੰਗਾ ਇਨਸਾਨ ਬਣਾਉਣ ਦੀ ਹੈ ਨਹੀਂ ਸਾਡੇ ਸਿਸਟਮ ਦੇ ਵਿੱਚ। ਲੈਟਸ ਬੀ ਵੈਰੀ ਫਰੈਂਕ, ਸਾਡੀ ਕਿਉਂਕਿ ਜਿਹੜੇ ਲੇਟੈਸਟ ਸਟੈਟਿਕਸ ਹੈਗੇ ਆ, ਉਹਦੇ ਮੁਤਾਬਕ ਅਸੀਂ 1000 ਰੁਪਏ ਪਿੱਛੇ ਸਿਰਫ 7 ਪੈਸੇ ਖਰਚ ਕਰਦੇ ਆ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਦੇ। ਬਟ ਜਿਹੜੇ ਡਿਵੈਲਪਡ ਕੰਟਰੀਜ਼ ਹੈਗੇ ਆ, ਉਹ ਵੀ ਅਮਰੀਕਾ 15% ਅਪਰੋਕਸੀਮੇਟਲੀ ਕਰਦਾ, ਕੈਨੇਡਾ 11% ਕਰਦਾ, ਇੰਗਲੈਂਡ 12% ਕਰਦਾ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦੇ ਸਿਸਟਮ ਦੇ ਵਿੱਚ ਇੱਕ ਚੰਗਾ ਇਨਸਾਨ ਬਣਾਉਣ ਦੀ, ਉਹਨੂੰ ਸ਼ੇਪ ਅਪ ਕਰਨ ਦੀ
ਉਹਨਾਂ ਦੇ ਵਿੱਚ ਅਜੇ ਵੀ ਲਾਲਸਾ ਹੈਗੀ ਆ, ਹਜੇ ਉਹ ਡਿਵੈਲਪਡ ਕੰਟਰੀਜ਼ ਹੈਗੇ। ਬਿਲਕੁਲ। ਅਸੀਂ ਹਜੇ ਡਿਵੈਲਪਡ ਕੰਟਰੀਜ਼ ਨਹੀਂ ਹੈਗੇ, ਲੇਕਿਨ ਫਿਰ ਵੀ ਸਾਡਾ ਫੋਕਸਿੰਗ ਜਿਹੜੀ ਆ ਉਹ ਚੰਗਾ ਇਨਸਾਨ ਸ਼ੇਪ ਅਪ ਕਰਦੀ ਨਹੀਂ, ਕਿਉਂਕਿ ਸਾਡਾ ਸਿਸਟਮ ਸਪੋਰਟ ਨਹੀਂ ਕਰਦਾ। ਅਸੀਂ ਦੇਖ ਸਕਦੇ ਹਾਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਬਜਟ ਹੈਗਾ ਉਹ 1000 ਰੁਪਏ ਪਿੱਛੇ 7 ਪੈਸੇ ਖਰਚ ਕਰਦੇ ਆ। ਸੋ ਉਹ ਜਿਹੜੀ ਆ ਇੱਕ ਤਾਂ ਸਾਡੀਆਂ ਫੰਡਾਮੈਂਟਲ ਗਲਤੀਆਂ ਹੈਗੀਆਂ। ਨੰਬਰ 2, ਕਿਤੇ ਨਾ ਕਿਤੇ ਸਪੈਸ਼ਲਾਈਜੇਸ਼ਨ ਦੀ, ਸੁਪਰ ਸਪੈਸ਼ਲਾਈਜੇਸ਼ਨ ਦੀ, ਤੇ ਜਿਹੜੀ ਲੈਕ ਆਫ ਵਿਲ ਹੈ ਉਹਦੀ ਬੜੀ ਘਾਟ ਹੈ। ਕਿਉਂਕਿ ਜਿੱਥੇ ਅਸੀਂ ਇਹ ਸੋਚਦੇ ਹਾਂ, ਅਸੀਂ ਤਾਂ ਕਈ ਵਾਰੀ ਵੱਡੀਆਂ ਬਿਲਡਿੰਗਾਂ ਤੇ ਵੱਡੇ ਸਟੇਡੀਅਮਸ ਤੇ ਖਰਚਾ ਕਰਦੇ ਜਾਂਦੇ ਆ, ਲੇਕਿਨ ਜਿਹੜੀ ਬੇਸਿਕ ਸੋਚ ਆ ਵੀ ਜੇ ਚੰਗਾ ਇਨਸਾਨ ਹੋਇਆ ਉਹਨੇ ਕੁਛ ਨਾ ਕੁਛ ਚੰਗਾ ਬਣਾ ਦੇਣਾ। ਨੈਸ਼ਨਲ ਥਿੰਕਿੰਗ ਤੇ ਆਈ ਹੈ। ਤੇ ਜੇ ਮਾੜਾ ਇਨਸਾਨ ਹੋਇਆ ਉਹਨੇ ਬਣਿਆ ਬਣਾਇਆ ਵੀ ਢਾਹ ਦੇਣਾ। ਇਹਦਾ ਮਤਲਬ ਸਾਨੂੰ ਪਹਿਲੀ ਗੱਲ ਤਾਂ ਸਿਸਟਮ 'ਚੋਂ ਸਪੋਰਟ ਕਰਨ ਦੀ ਜ਼ਰੂਰਤ ਹੈ। ਨੰਬਰ 2, ਉਸ ਲੈਵਲ ਦੇ ਸਾਡੇ ਕੋਲ ਐਕਸਪਰਟਸ ਜਿਹੜੇ ਆ, ਕਿਉਂਕਿ ਦੇਖੋ ਰਿਸਰਚ ਜਿਹੜੀ ਆ R&D ਹਰ ਸਿਸਟਮ ਦੇ ਵਿੱਚ ਹੈਗੀ ਆ, ਸਾਡੇ ਅਨਫੋਰਚੂਨੇਟਲੀ ਨਹੀਂ ਹੈਗੀ। ਸਾਡੀ ਜਿਹੜੀ NIS 1961 ਦੇ ਵਿੱਚ ਬਣੀ ਸੀ ਉਹ ਵੀ ਹੌਲੀ ਬਿਊਰੋਕਰੈਟਿਕ ਸਿਸਟਮ ਦੇ ਵਿੱਚ ਆ ਗਈ। ਅੱਜ ਜਿਹੜਾ ਚੀਫ ਕੋਚ ਆ NIS ਪਟਿਆਲਾ ਦਾ, ਉਹ ਹਾਕੀ ਡਿਸਟ੍ਰਿਕਟ ਲੈਵਲ ਤੱਕ ਸ਼ਾਇਦ ਕਿਤੇ ਖੇਡਿਆ ਹੋਵੇ। ਅੱਛਾ ਜੀ। ਮਤਲਬ ਉਹਨੇ ਗਾਂ ਕੋਚ ਬਣਾਉਣੇ ਹੈਗੇ। ਠੀਕ ਹੈ ਨਾ। ਸਾਰੀ ਹਰ ਜਗ੍ਹਾ ਦੇ ਵਿੱਚ ਜਿੱਥੇ ਵੀ ਹਿਊਮਨ ਬੀਇੰਗ ਤੇ ਕੰਮ ਹੁੰਦਾ ਉੱਥੇ ਰਿਸਰਚ ਨਾਲ ਅਪਡੇਟਿੰਗ ਨਾਲ ਹੁੰਦੀ ਆ। ਸਾਡੇ ਇੱਕ ਵਾਰੀ 9 ਮਹੀਨੇ ਦਾ ਇੱਕ ਕੋਰਸ ਕਰਿਆ ਹੁੰਦਾ ਤੇ ਉਹਦੇ ਤੋਂ ਬਾਅਦ ਉਹਨੂੰ ਕੋਈ ਰਿਫਰੈਸ਼ਰ ਕੋਰਸ ਨਹੀਂ, ਕੋਈ ਸਾਡੇ ਸਿਸਟਮ ਦੇ ਵਿੱਚ ਇੰਨੀਆਂ ਘਾਟਾਂ ਹੈਗੀਆਂ। ਅੱਛਾ ਭਾਈ, ਤੁਸੀਂ ਪੰਜਾਬ ਗਵਰਨਮੈਂਟ ਦੇ ਹਿੱਸਾ ਜੀ, ਪੰਜਾਬ ਗਵਰਨਮੈਂਟ ਕੀ ਖੇਡਾਂ ਵਾਸਤੇ ਕਰ ਰਹੀ ਹੈ? ਕਬੱਡੀ ਤੇ ਬਹੁਤ ਹੋ ਰਹੀ ਨੇ, ਇਸ ਤੋਂ ਇਲਾਵਾ ਹੋਰ ਵੀ ਕੁਝ ਹੋ ਰਿਹਾ ਜੀ? ਨਹੀਂ ਦੇਖੋ, ਅਸੀਂ ਦੇਖੋ ਜਦੋਂ ਮੈਂ ਐਜ਼ ਏ ਡਾਇਰੈਕਟਰ ਸਪੋਰਟਸ ਜੁਆਇਨ ਕੀਤਾ ਉਦੋਂ 9 ਕਰੋੜ 26 ਲੱਖ ਦਾ ਬਜਟ ਸੀਗਾ। ਠੀਕ ਹੈ ਜੀ। ਅਪਾਰਟ ਫਰੋਮ ਕਿ ਜਿਹੜਾ ਰੈਗੂਲਰ ਬਜਟ ਆ ਉਹ 43 ਕਰੋੜ ਦਾ ਹੋ ਗਿਆ। 200 ਕਰੋੜ ਦੇ ਲਗਭਗ ਸਟੇਡੀਅਮ ਬਣਾਏ, ਜਿਹਦੇ ਵਿੱਚੋਂ 6 ਹਾਕੀ ਦੇ ਵੀ ਸੀਗੇ, ਜਨਰਲ ਵੀ ਸੀ। ਬਿਲਕੁਲ। ਔਰ ਹੁਣ ਵੀ ਜਿਹੜਾ ਲਗਭਗ ਸਾਡੇ ਕੋਲ, ਕਿਉਂਕਿ ਜਿਹੜਾ ਸੈਸ ਲਾਇਆ ਹੈਗਾ ਐਕਸਾਈਜ਼ ਮਹਿਕਮੇ, ਬਿਲਕੁਲ ਜੀ, ਉਹਦੇ ਉਹਦੇ ਵਿੱਚੋਂ ਲਗਭਗ ਸਾਨੂੰ 125 ਕਰੋੜ ਰੁਪਈਆ ਸਪੋਰਟਸ ਲਈ ਆਉਂਦਾ ਹੈਗਾ। ਸੋ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਪੈਸਿਆਂ ਦੀ ਬਹੁਤੀ ਕਮੀ ਨਹੀਂ ਹੈ, ਰਿਐਲਿਟੀ ਇਹ ਆ। ਪਰ ਇਹ ਠੀਕ ਆ ਵੀ ਥੱਲੇ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਦੀ ਕਮੀ ਜ਼ਰੂਰ ਹੈਗੀ ਆ। ਕੋਚਸ ਦੀ ਘਾਟ ਹੈਗੀ ਆ, ਕਿਉਂਕਿ ਕੋਚ 200 ਭਰਤੀ ਕਰਨਾ ਸੀ, ਉਹ ਇੱਕ ਹਾਈ ਕੋਰਟ ਦੇ ਵਿੱਚ ਜਿਹੜਾ ਰਿਟ ਪਈ ਹੈਗੀ ਆ, ਉਹ ਹਜੇ ਡਿਸੀਜਨ ਨਹੀਂ ਹੋ ਰਿਹਾ। DSOs ਭਰਤੀ ਕਰਨੇ ਸੀਗੇ, ਕਿਉਂਕਿ ਮੈਂ ਤਾਂ ਇਹ ਵੀ ਸੁਜੈਸ਼ਨ ਦਿੱਤਾ ਸੀ ਪਿੱਛੇ ਜਿਹੇ ਕਿ ਜਿਹੜੇ ਪਲੇਅਰਸ ਜਿਹੜੇ ਸਪੋਰਟਸ ਕੋਟੇ ਦੇ ਵਿੱਚ ਭਰਤੀ ਹੁੰਦੀ ਆ ਉਹਨੂੰ 10 ਸਾਲ ਲਈ ਡੈਪੂਟੇਸ਼ਨ ਤੇ ਆਪਾਂ ਸਪੋਰਟਸ ਮਹਿਕਮੇ ਨੂੰ ਦਈਏ। ਕਿਉਂਕਿ ਦੇਖੋ ਅਲਟੀਮੇਟਲੀ ਕੀ ਆ ਕਿ ਜਿੰਨਾ ਚਿਰ ਅਸੀਂ ਇਹਦਾ ਇਨਫਰਾਸਟ੍ਰਕਚਰ ਪੈਰਾ ਫਰਨੇਲੀਆ ਵਧਾਉਂਦੇ ਨਹੀਂ ਹੈ, ਲੇਕਿਨ ਜਿਹੜਾ ਮੇਜਰ ਚੰਕ ਹੈਗਾ ਉਹ ਐਜੂਕੇਸ਼ਨ ਮਹਿਕਮੇ ਦੇ ਵਿੱਚ ਹੈ। ਜੇ 7,500 ਬੰਦਾ ਜੇ ਉਹਦੇ ਕੋਲ ਠੀਕ ਤਰ੍ਹਾਂ ਕੰਮ ਲਿਆ ਜਾਵੇ ਤਾਂ ਘੱਟੋ ਘੱਟ ਵੀ ਜੇ ਇੱਕ PT ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜਾ ਜੋ ਇੱਕ ਟੀਮ ਵੀ ਬਣਾਵੇ ਤਾਂ ਸਾਡੇ ਕੋਲ 7,500 ਟੀਮਾਂ ਜਿਹੜੀਆਂ ਬਣ ਸਕਦੀਆਂ, ਔਰ ਪ੍ਰੈਕਟੀਕਲ ਹੋਵੇ। ਇਹ ਨਹੀਂ ਹੈ ਕਿ ਉਹ ਕਾਗਜ਼ਾਂ ਦੇ ਵਿੱਚ ਤਾਂ ਮਹਿਕਮਾ, ਮੈਂ ਕੱਲ੍ਹ ਵੀ ਮਲੂਕਾ ਸਾਹਿਬ ਨਾਲ ਵੀ ਇਹ ਗੱਲ ਕੀਤੀ ਸੀ। ਮੈਂ ਕਿਹਾ ਮਲੂਕਾ ਸਾਹਿਬ, ਇਹਦੇ ਵਿੱਚ ਆਪਾਂ ਬੇਸਿਕਲੀ ਕੁਝ ਸਰਕਾਰੀ ਕੁਝ ਗੈਰ ਸਰਕਾਰੀ ਬੰਦੇ ਜਿਹੜੇ ਐਕਸਪਰਟਸ ਜਿਹੜੇ ਹੈਗੇ ਆ, ਪੁਰਾਣੇ ਪਲੇਅਰ ਲੈ ਲਓ, ਠੀਕ ਆ, ਉਹਨਾਂ ਦੀ ਇੱਕ ਹਰ ਜ਼ਿਲ੍ਹੇ ਲੈਵਲ ਤੇ ਸਟੇਟ ਲੈਵਲ ਤੇ ਕਮੇਟੀ ਬਣਾਈਏ, ਉਹਨੂੰ ਮੋਨੀਟਰ ਕਰਨ ਤਾਂ ਕਿ ਉਹਦਾ ਲੈਵਲ ਬੈਟਰ ਹੋਵੇ। ਅੱਛਾ ਭਾਈ, ਹਾਕੀ ਦੀ ਗੱਲ ਕਰੀਏ, ਸਾਡੀ ਇਸ ਵੇਲੇ ਜਿਹੜੀ ਹਾਕੀ ਹੈਗੀ ਬਾਕੀ ਜਿਹੜੇ ਕੰਟਰੀ ਯੂਰਪੀਅਨ ਕੰਟਰੀ ਹੈਗੇ ਨੇ ਉਹਨਾਂ ਦੇ ਮੁਕਾਬਲੇ ਕਿੱਥੇ ਖੜੀ ਹੈਗੀ ਜੀ? ਨਹੀਂ ਦੇਖੋ, ਹਜੇ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੈ। ਸਾਡੇ ਕੋਲ ਕੰਟਰੀ ਦੇ ਵਿੱਚ ਮਕੈਨਿਜ਼ਮ ਜਿਹੜਾ ਆ, ਦੇਖੋ ਕਿਸੇ ਵੀ ਕੰਟਰੀ ਦੀ ਜਿਹੜੀ ਸਪੋਰਟਸ ਹੈ ਉਥੋਂ ਦੇ ਸਟਰਕਚਰ ਦੇ ਉੱਤੇ ਡਿਪੈਂਡ ਕਰਦੀ ਹੈ। ਸਾਡਾ ਹੈਗਾ ਆਰਟੀਫੀਸ਼ੀਅਲ ਸਟਰਕਚਰ। ਆਰਟੀਫੀਸ਼ੀਅਲ ਸਟਰਕਚਰ ਦਾ ਮਤਲਬ ਇਹ ਹੈ ਕਿ ਬਾਈ ਚਾਂਸ ਕਿਤੇ ਕੰਮ ਹੋ ਗਿਆ ਤਾਂ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲਿਆ। ਹੁਣ ਜਿੱਦਾਂ ਪਿਛਲੇ 5-6 ਸਾਲ ਅਸੀਂ ਹਾਕੀ ਤੇ ਕੰਮ ਕੀਤਾ ਇੱਥੇ, ਤੇ ਅੱਜ 22 ਪਲੇਅਰ ਸਾਡੇ ਆ ਦੋਨਾਂ ਟੀਮਾਂ ਦੇ ਵਿੱਚ, ਜੂਨੀਅਰ ਔਰ ਸੀਨੀਅਰ ਦੇ ਵਿੱਚ। ਮੈਂ ਨਹੀਂ ਕਹਿੰਦਾ ਇਹ ਸਾਡੇ ਸਟੇਟ ਦੀ, ਮੈਂ ਸਮਝਦਾ ਕਿ ਦੇਸ਼ ਲਈ ਕੰਟਰੀਬਿਊਸ਼ਨ ਆ, ਸਾਡਾ ਫਰਜ਼ ਵੀ ਬਣਦਾ। ਬਿਲਕੁਲ। ਸੋ ਜਿੱਥੇ ਜਿੱਥੇ ਕੰਮ ਹੋਊਗਾ ਰਿਜ਼ਲਟ ਤਾਂ ਉੱਥੇ ਹੀ ਆਉਣੇ ਆ। ਪਰ ਹਜੇ ਉਹਦੇ ਤੇ ਜਿਹੜਾ ਨੈਸ਼ਨਲ ਲੈਵਲ ਤੇ, ਕਿਉਂਕਿ ਸਾਡਾ ਇੱਕੋ ਹੀ ਕੰਟਰੀ ਆ ਜਿਹਦੇ ਵਿੱਚ ਹਜੇ ਵੀ 2 ਫੈਡਰੇਸ਼ਨਸ ਚੱਲੀ ਜਾ ਰਹੀਆਂ। ਅੱਛਾ, ਕਿਤੇ ਨਾ ਕਿਤੇ ਕਨਫਲਿਕਟਿੰਗ ਇੰਟਰਸਟ ਹੈਗਾ। ਅੱਛਾ, ਟੈਕਨੀਕਲ ਬੰਦੇ ਅਸੀਂ ਬਾਹਰੋਂ ਵੀ ਹਾਇਰ ਕਰ ਰਹੇ ਹਾਂ, ਬਟ ਐਟ ਦਾ ਸੇਮ ਟਾਈਮ ਜਿਹੜੀ ਸਾਡੀ ਸਾਈਕੀ ਆ, ਸਾਨੂੰ ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਸੋ ਇਹ ਮਿਕਸ ਜਿਹਾ ਹੈਗਾ। ਹਜੇ ਸਾਨੂੰ ਵੀ ਹੈਵ ਟੂ ਗੋ ਮਾਈਲਸ ਟੂ ਪੈਚ ਅਪ ਵਿਦ ਦ ਯੂਰਪੀਅਨ ਟੀਮਸ, ਸਪੈਸ਼ਲੀ ਆਸਟ੍ਰੇਲੀਆ, ਹਾਲੈਂਡ, ਜਰਮਨੀ,
ਇਹ ਜਿਹੜੀਆਂ 3-4 ਟੀਮਾਂ ਹੈਗੀਆਂ ਹਾਂ ਉਹਦੇ ਨਾਲ, ਕਿਉਂਕਿ ਇਹ ਠੀਕ ਆ ਵੀ ਅਸੀਂ ਕਿਸੇ ਦਿਨ ਜੇ ਪਹਿਲੇ 4 'ਚ ਬ੍ਰੇਕ ਕਰ ਜਾਈਏ, ਕਿਉਂਕਿ 4 ਦੇ ਵਿੱਚ ਬ੍ਰੇਕ ਦਾ ਮਤਲਬ ਤਾਂ ਇਹ ਹੁੰਦਾ ਵੀ ਜਿਹੜੀ ਚੌਥੀ ਵੀ ਆ ਸਕਦੀ ਆ ਕੋਈ ਟੀਮ ਪਹਿਲੀ ਵੀ ਆ ਸਕਦੀ ਆ, ਬਟ ਹਜੇ ਉਹਨਾਂ ਤੋਂ ਅਸੀਂ ਪਿੱਛੇ ਹੈ। ਅੱਛਾ, ਸਾਡੀ ਟੀਮ ਜਾ ਰਹੀ ਹੈਗੀ ਆ 2 ਨੰਬਰ ਤੋਂ 10 ਤੀਸਰਾ ਜਿਹੜਾ ਕੱਪ ਖੇਡਣ ਜਾ ਰਹੀ ਹੈ, ਨਵੇਂ ਮੁੰਡੇ ਹੈਗੇ ਨੇ, ਨਵਾਂ ਕੈਪਟਨ ਹੈ ਮਨਵੀਰ, ਕਿਵੇਂ ਦੀ ਆਸ ਰੱਖਦੇ ਹੋ ਟੀਮ ਕੋਲ? ਨਹੀਂ ਦੇਖੋ, ਆਸ ਤਾਂ ਹਮੇਸ਼ਾ ਚੰਗੀ, ਕਿਉਂਕਿ ਪਿਛਲੇ ਜਿਹੜਾ ਜੂਨੀਅਰ ਇੱਥੇ ਹੋਇਆ ਇਪੋ ਦੇ ਵਿੱਚ, ਉਹਦੇ ਵਿੱਚ ਦੇ ਰੀਲੀ ਪਰਫਾਰਮ ਵੈਲ, ਕਿਉਂਕਿ ਉਹਦੇ ਵਿੱਚ ਲਗਭਗ ਸਾਰੀਆਂ ਟੀਮਾਂ ਸੀਗੀਆਂ। ਸੋ ਉਹਦੇ ਤੋਂ ਦੇਖ ਕੇ ਤਾਂ ਇਹ ਆਸ ਕੀਤੀ ਜਾ ਸਕਦੀ ਹੈ, ਬਟ ਐਟ ਦਾ ਸੇਮ ਟਾਈਮ ਕਈ ਜਿਹੜੀਆਂ ਨਾਰਮਲੀ ਜਿਹੜੀਆਂ ਟੀਮਸ ਹੈਗੀਆਂ ਉਹ ਆਪਣੇ ਐਕਸਪੈਰੀਮੈਂਟਸ ਕਰਦੀਆਂ ਰਹਿੰਦੀਆਂ, ਬਟ ਜਦੋਂ ਮੇਜਰ ਈਵੈਂਟ ਆਉਂਦਾ ਉਦੋਂ ਜਾ ਕੇ ਉਹ ਜਿਹੜੀ ਪਲੱਗਿੰਗ ਹੁੰਦੀ ਆ ਉਦੋਂ ਜ਼ਰੂਰ ਉਹ ਜਿਹੜੀ ਪਲੱਗਿੰਗ ਕਰਦੀ ਆ। ਇਸੇ ਜਿਹੜੇ ਨਵੇਂ ਮੁੰਡੇ ਨੇ ਕੈਪਟਨ, ਜਿਹੜਾ ਮਨਪ੍ਰੀਤ ਹੋ ਗਿਆ, ਹਰਜੋਤ ਤੇ ਗੁਰਜਿੰਦਰਜੀਤ, ਇਹਨਾਂ ਚੋਂ ਅਸੀਂ ਫਿਊਚਰ ਦੇ ਸਕਦੇ? ਪ੍ਰਗਟ ਸਿੰਘ, ਜਗਬੀਰ, ਬਲਵੀਰ ਸੀਨੀਅਰ ਜੀ, ਜੀਤ ਸਿੰਘ ਜੀ? ਨਹੀਂ ਕਿਉਂ ਨਹੀਂ, ਦੇਖੋ ਰਿਕਾਰਡ ਜਿਹੜੇ ਆ ਉਹ ਬਣਦੇ ਹੀ ਟੁੱਟਣ ਲਈ ਹੁੰਦਾ, ਅਲਟੀਮੇਟਲੀ ਬੰਦੇ ਨੇ ਰਿਕਾਰਡ ਬਣਾਇਆ, ਬੰਦਿਆਂ ਨੇ ਹੀ ਤੋੜਨਾ ਹੈਗਾ। ਇਹ ਤਾਂ ਡਿਪੈਂਡ ਕਰਦਾ ਉਹਨਾਂ ਦੀ ਮਿਹਨਤ ਤੇ, ਉਹਨਾਂ ਦੀ ਲਗਨ ਤੇ ਸਾਡੇ ਸਿਸਟਮ ਤੇ, ਕਿਉਂਕਿ ਸਾਡਾ ਸਿਸਟਮ ਉਹਨਾਂ ਨੂੰ ਕਿੰਨੀ ਕੁ ਜਿਹੜੀ ਅਪਰਚੁਨਿਟੀ ਜਿਹੜਾ ਦਿੰਦਾ ਹੈਗਾ ਕਿ ਅਸੀਂ ਉਹਦਾ ਨੈਕਸਟ ਲੈਵਲ ਲਿਆ ਸਕੀਏ, ਕਿਉਂਕਿ ਅਲਟੀਮੇਟਲੀ ਸਾਡਾ ਹਰ ਚੀਜ਼ ਜਿਹੜਾ ਉਹ ਥਿੰਕਿੰਗ ਪ੍ਰੋਸੈਸ ਦੇ ਵਿੱਚ ਹੈਗਾ। ਜੇ ਸਾਡੀ ਥਿੰਕਿੰਗ ਉਹਨਾਂ ਨੂੰ ਬੈਟਰ ਬਣਾਉਣ ਦੀ ਆ, ਉਹਨਾਂ ਨੂੰ ਉਹੋ ਜਿਹੀਆਂ ਸਹੂਲਤਾਂ ਦੇਣ ਦੀ ਆ, ਤਾਂ ਡੈਫੀਨੇਟਲੀ ਦੇ ਵਿਲ ਇੰਪਰੂਵ ਐਂਡ ਦੇ ਵਿਲ ਵਨ ਡੇ ਬਿਕਮ ਐਨੀਥਿੰਗ। ਅੱਛਾ, ਜਿਹੜੇ ਹਾਕੀ ਸਾਰਾ ਕਹਿ ਦਿੰਦੇ ਕਿ IHF ਦੀ ਜ਼ਿੰਮੇਵਾਰੀ ਹੈਗੀ, ਜੋ ਕੱਪ ਵੀ ਮੁੰਡੇ ਜਿੱਤ ਕੇ ਆਉਂਦੇ ਹੈਗੇ ਨੇ ਤੇ ਕੋਈ 에ਅਰਪੋਰਟ ਤੇ ਸਵਾਗਤ ਕਰਨ ਵੀ ਜਾਂਦਾ, ਜਦੋਂ ਕ੍ਰਿਕਟ ਦੀ ਟੀਮ ਆਉਂਦੀ ਹੈਗੀ ਆ ਤੇ ਸਾਡੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਾਰੇ ਚਲੇ ਜਾਂਦੇ ਹੈਗੇ ਨੇ, ਇਹ ਵਿਤਕਰਾ ਕਿਤੇ ਨਾ ਕਿਤੇ ਮਹਿਸੂਸ ਕਰਦੇ ਮੁੰਡੇ ਜੀ? ਨਹੀਂ ਦੇਖੋ, ਹੌਸਲਾ ਅਫਜ਼ਾਈ ਜਿਹਨੂੰ ਕਹਿ ਸਕਦੇ ਅਸਲੀ ਗੱਲ ਤਾਂ ਇਹ ਹੈ ਕਿ ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ, ਕਿਉਂਕਿ ਅੱਜ ਜਿਹੜੀ ਆ ਇਹ ਜਿਹੜੀ ਬਿਲਕੁਲ ਟੁੱਕਦੀ ਆ ਗੱਲ, ਕਿਉਂਕਿ ਅਲਟੀਮੇਟਲੀ ਪੈਸਿਆਂ ਦੀ ਗੱਲ ਹੈਗੀ ਆ, ਕਮਰਸ਼ੀਅਲ ਵਰਲਡ ਹੈ, ਠੀਕ ਹੈ ਨਾ। ਅੱਛਾ, ਫਿਰ ਬੰਦੇ ਵੀ ਜਾਣ ਲੱਗ ਪੈਂਦੇ ਆ ਜੇ ਤੁਹਾਡੀ ਜੇਬ 'ਚ ਕੁਛ ਹੈਗਾ ਆ। ਅੱਛਾ, ਜੇ ਤੁਹਾਡੀ ਜੇਬ 'ਚ ਨਹੀਂ, ਤੁਸੀਂ ਦੇਸ਼ ਲਈ ਜੋ ਮਰਜ਼ੀ ਕੀਤਾ ਹੋਵੇ, ਤੁਸੀਂ ਫਰੀडम ਫਾਈਟਰ ਹੋਵੋ, ਤੁਸੀਂ ਕੁਛ ਹੋਵੋ, ਤੇ ਤੁਸੀਂ ਅਖੀਰਲੀ ਕਤਾਰ ਤੇ ਬੈਠੇ ਹੁੰਦੇ ਹੋ, ਕਿਉਂਕਿ ਕਮਰਸ਼ਲਾਈਜੇਸ਼ਨ ਹੋ ਗਈ ਨਾ। ਕਮਰਸ਼ਲਾਈਜੇਸ਼ਨ ਨਾਲ ਇਹ ਜਿਹੜੀਆਂ ਸਥਿਤੀਆਂ ਉਹ ਹੁੰਦੀਆਂ ਹੀ ਆ, ਕਿਉਂਕਿ ਇਹ ਬੇਸਿਕਲੀ ਸਾਡੀ ਸੁਸਾਇਟੀ ਦਾ ਹੁਣ ਹਿੱਸਾ ਹੈਗਾ, ਤੇ ਸਾਨੂੰ ਵੀ ਉਸ ਐਂਗਲ ਨੂੰ ਥੋੜ੍ਹਾ ਜਿਹਾ ਲੈਣਾ ਹੀ ਪਊਗਾ, ਕਿਉਂਕਿ ਪਹਿਲੀ ਗੱਲ ਤਾਂ ਘਰ ਦੇ ਵਿੱਚ ਤੁਹਾਡੇ ਬੱਚੇ ਹੀ ਨਹੀਂ ਮੰਨਦੇ ਵੀ ਯਾਰ ਤੂੰ ਪਤਾ ਨਹੀਂ ਕਿਹੜੇ ਦੇਸ਼ ਭਗਤ ਦੀਆਂ ਗੱਲਾਂ ਕਰਦਾ ਰਹਿਣਾ। ਸੋ ਕਈ ਚੀਜ਼ਾਂ ਜਿਹੜੀਆਂ ਉਹ ਸਾਨੂੰ ਹੌਲੀ ਹੌਲੀ ਕਿਉਂਕਿ ਇਹਨੂੰ ਜੇ ਕਲੱਬ ਕਰ ਲਈਏ ਤਾਂ ਚੰਗੇ ਰਵਾਂਗੇ ਲੰਬੇ ਸਮੇਂ ਲਈ, ਕਿਉਂਕਿ ਸਾਨੂੰ ਆਪਣੇ ਕੰਟਰੀ ਪ੍ਰਤੀ, ਆਪਣੇ ਸਮਾਜ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ, ਕਿਉਂਕਿ ਅਸੀਂ ਇੰਨੀ ਕਮਰਸ਼ਲਾਈਜੇਸ਼ਨ ਬਿਨਾਂ ਕਰ ਲਈਏ ਉਹਦੇ ਨਾਲ ਨਾ ਬੇਸਿਕਲੀ ਫਿਰ ਉਹ ਫਿੱਕਾ ਜਿਹਾ ਕੋਈ ਵੀ ਰਿਸ਼ਤੇ ਜਿਹੜੇ ਆ ਉਹ ਸਮਾਜਿਕ ਰਿਸ਼ਤੇ ਫਿੱਕੇ ਲੱਗਣ ਲੱਗ ਪੈਂਦੇ ਆ। ਸੋ ਇੰਨਾ ਨਾ ਅਸੀਂ ਉਹਨੂੰ ਇਸ ਐਂਗਲ ਨਾਲ ਸਾਡੀ ਸੁਸਾਇਟੀ ਸੋਚਣ ਲੱਗ ਪਵੇ ਵੀ ਅਸੀਂ ਇੱਕ ਦੂਸਰੇ 'ਤੇ ਵਿਸ਼ਵਾਸ ਕਰਨੋਂ ਹਟ ਜਾਈਏ, ਇੱਕ ਦੂਸਰੇ ਨਾਲ ਸਾਡੀ ਰਿਸ਼ਤੇਦਾਰੀ ਕੋਈ ਨਾ ਰਵੇ, ਤਾਂ ਫਿਰ ਤਾਂ ਉਹ ਇੱਕ ਮਸ਼ੀਨ ਵਾਂਗ ਅਸੀਂ ਲੱਗਾਂਗੇ, ਮਸ਼ੀਨ ਵਾਂਗ ਵੀ ਕੰਮ ਕਰਦੇ ਹਾਂ, ਤੇ ਉਹਦੇ ਵਿੱਚ ਕਈ ਊਣਤਾਈਆਂ ਜਿਹੜੀਆਂ ਸਾਨੂੰ ਰੁੱਖਾ ਜਿਹਾ ਸਮਾਜ ਜਿਹੜਾ ਲੱਗੂਗਾ। ਅੱਛਾ, ਹਰ ਵਾਰ ਜਦੋਂ ਕੋਚ ਦੀ ਗੱਲ ਆਉਂਦੀ, ਸਾਡੀ ਜਿਹੜੀਆਂ ਨਜ਼ਰਾਂ ਆਈਆਂ ਉਹ ਵਿਦੇਸ਼ੀ ਕੋਚਾਂ ਵੱਲ ਚਲੇ ਜਾਂਦੀਆਂ ਹੈਗੀਆਂ, ਜਿਹੜੇ ਸਾਡੇ ਪਲੇਅਰ ਹੈਗੇ ਨੇ ਉਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ ਜੀ? ਨਹੀਂ ਵਿਜ਼ਨ ਹੈਗਾ, ਬਟ ਪ੍ਰੋਬਲਮ ਸਾਡੇ ਸਿਸਟਮ ਦੀ ਆ। ਦੇਖੋ, ਇਹ ਕੋਚ ਜਿਹੜੇ ਆ ਇਹ ਸਿਸਟਮ ਦੇ ਵਿੱਚੋਂ ਆਉਂਦੇ ਆ ਐਂਡ ਸਿਸਟਮ ਦੇ ਵਿੱਚ ਹੀ ਕੰਮ ਕਰਦੇ ਆ। ਸਾਡੇ ਪਲੇਅਰਸ ਦੇ ਵਿੱਚ ਕਪੈਸਿਟੀ ਉਹਨਾਂ ਨਾਲੋਂ ਵੱਧ ਆ, ਉਹਨੂੰ ਐਨਾਲਾਈਜ਼ ਕਰਨ ਦੀ ਵੱਧ ਹੈ, ਲੇਕਿਨ ਕਿਤੇ ਨਾ ਕਿਤੇ ਐਜ਼ ਏ ਸਿਸਟਮ ਮੀਨਸ ਹੁਣ ਟੀਮ ਦੇ ਨਾਲ ਟ੍ਰੇਨਰ ਚਾਹੀਦਾ, ਸਾਈਕੋਲੋਜਿਸਟ ਚਾਹੀਦਾ, ਫਿਜ਼ੀਓਥੈਰੇਪਿਸਟ ਚਾਹੀਦਾ। ਅਸੀਂ ਫੋਰਨ ਕੋਚ ਨੂੰ ਤਾਂ ਉਹ ਦੇਣ ਨੂੰ ਤਿਆਰ ਹੁੰਦੇ ਆ, ਮੈਨੇਜਰ ਚਾਹੀਦਾ, ਇੱਕ ਪ੍ਰੋਫੈਸ਼ਨਲ ਮੈਨੇਜਰ ਚਾਹੀਦਾ, ਲੇਕਿਨ ਜਦੋਂ ਆਪਣੇ ਕੋਚ ਦੀ ਵਾਰੀ ਆਉਂਦੀ ਆ, ਕਿਉਂਕਿ ਆਪਣੇ ਕਦੀ ਸਿਸਟਮ ਇਹੋ ਜਿਹਾ ਐਸਟੈਬਲਿਸ਼ ਹੀ ਨਹੀਂ ਹੋਇਆ, ਕਿਉਂਕਿ ਕੋਚ ਕਦੀ ਤਾਂ ਟਿਕਟਾਂ ਕਰਾਉਣ ਗਿਆ ਹੁੰਦਾ, ਕਦੀ ਉਹ ਨਿਆਣਿਆਂ ਨੂੰ ਪਾਣੀ ਪਿਆਉਣ ਡਿਆ ਹੁੰਦਾ, ਕਦੀ ਉਹ ਕੁਛ ਕਰਨ ਡਿਆ ਹੁੰਦਾ, ਕਦੀ ਕੁਛ ਕਰਨ ਡਿਆ ਹੁੰਦਾ। ਸੋ ਸਾਡੇ ਵਿੱਚ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਹੈਗੀਆਂ, ਨਾਲੇ ਸਾਡੇ ਕਿਤੇ ਨਾ ਕਿਤੇ ਸਾਈਕੋਲੋਜੀਕਲੀ ਜ਼ਹਿਨ ਦੇ ਵਿੱਚ ਆ ਵੀ ਸ਼ਾਇਦ ਇਹ ਆਪਣੇ ਨਾਲੋਂ ਸੁਪੀਰੀਅਰ ਰੇਸ ਆ ਕਿਤੇ ਨਾ ਕਿਤੇ, ਕਿਉਂਕਿ ਚਾਹੇ ਤਾਂ ਗੋਰਿਆਂ ਨੇ ਆਪਣੇ ਤੇ ਰਾਜ ਕੀਤਾ ਤਾਂ ਇਦਾਂ ਦੀ ਸੋਚ ਬਣੀ ਹੋਈ ਆ, ਬਟ ਅਦਰਵਾਈਜ਼ ਸਾਡੇ ਪਲੇਅਰਸ ਦੇ ਵਿੱਚ ਕਪੈਸਿਟੀ ਹੈਗੀ ਆ, ਬਟ ਉਹਨਾਂ ਨੂੰ ਗਰੂਮ ਕਰਨ ਦੀ ਜ਼ਰੂਰਤ ਹੈ।
ਗਰੂਮ ਕਰਕੇ ਇੱਕ ਸਿਸਟਮ 'ਚ ਲਿਆਉਣ ਦੀ ਜ਼ਰੂਰਤ ਹੈ, ਤਾਂ ਕਿ ਇੱਕ ਸਿਸਟਮ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਹੁਣ ਜਿਹੜਾ ਸਾਡਾ ਨੈਸ਼ਨਲ ਚੀਫ ਕੋਚ ਹੈ, ਜਿਹੜਾ NIS ਪਟਿਆਲਾ, ਜਿਹੜਾ ਕੋਚ ਪ੍ਰੋਡਿਊਸ ਕਰਨ ਵਾਲੀ ਇੱਕ ਮਸ਼ੀਨ ਹੈ, ਬਿਲਕੁਲ। ਤੇ ਉਹਦਾ ਜੇ ਆਪਣਾ ਕੋਈ ਐਕਸਪੀਰੀਅੰਸ ਨਹੀਂ ਹੈਗਾ, ਆਪ ਉਸ ਲੈਵਲ ਦਾ ਨਹੀਂ ਹੈਗਾ, ਤੇ ਦੈਨ ਅਲਟੀਮੇਟਲੀ ਆਪਾਂ ਕਿਹੋ ਜਿਹੇ ਕੋਚਸ ਦੀ ਆਸ ਕਰ ਸਕਦੇ ਹਾਂ। ਅੱਛਾ ਭਾਈ, ਲਾਸਟ 1 ਮਿੰਟ ਰਹਿ ਗਿਆ ਜਾਂਦੇ ਜਾਂਦੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਹੈ ਕਿ ਸਾਡੇ ਕੋਲ 2 ਫੈਡਰੇਸ਼ਨ ਆ ਗਈਆਂ, ਤੁਸੀਂ ਵੀ ਇੱਕ ਵਾਰ ਹਾਕੀ ਫੈਡਰੇਸ਼ਨ ਦੀ ਕਮਾਨ ਸੰਬੰਧੀ ਇਲੈਕਸ਼ਨ ਲੜੀ ਹੈਗੀ ਸੀ ਤੇ ਹਾਰ ਗਿਆ ਸੀ। ਤੁਹਾਡੀ ਜਿਹੜੀ ਹਰ ਵਾਰ ਜਿਹੜੀਆਂ ਤਿੱਖੀਆਂ ਟਿੱਪਣੀਆਂ, ਕਦੀ ਚਾਹੇ ਉਹ KPS ਗਿੱਲ ਰਹੇ ਹੋਣ ਜਾਂ ਸ਼ਰੇਸ਼ ਕਲਮਾੜੀ ਗਰੁੱਪ ਰਿਹਾ ਹੋਵੇ, ਇਹ ਸਾਰਾ ਸਿਸਟਮ ਦੇ ਇਹੀ ਲੋਕ ਨੇ ਦੇਣ? ਨਹੀਂ, ਡੈਫੀਨੇਟਲੀ ਦੇਖੋ, ਅਲਟੀਮੇਟਲੀ ਮੇਰੀ ਤਾਂ ਲੜਾਈ ਸਿਸਟਮ ਨਾਲ ਆ, ਮੇਰੀ ਕਿਸੇ ਇੰਡੀਵਿਜੂਅਲ ਨਾਲ ਤਾਂ ਲੜਾਈ ਨਹੀਂ ਹੈਗੀ। ਇਹ ਠੀਕ ਆ ਵੀ ਇੰਡੀਵਿਜੂਅਲ ਡੋਮੀਨੇਟ ਉਹਨਾਂ ਸਿਸਟਮਸ ਨੂੰ ਕਰਦੇ ਆ, ਕਿਉਂਕਿ ਜੇ ਮੈਂ ਚੈਲੰਜ ਵੀ ਕੀਤਾ ਸੀ, ਮੈਨੂੰ ਪਤਾ ਸੀ ਵੀ ਮੇਰੇ ਕੋਲ ਨੰਬਰ ਆਫ ਵੋਟ, ਕਿਉਂਕਿ ਸਿਰਫ ਮੈਂ ਦੱਸਣਾ ਚਾਹੁੰਦਾ ਸੀ ਵੀ ਦਿਸ ਇਜ਼ ਵਾਟ ਹੈਪਨਿੰਗ ਇਨ ਦਾ ਕੰਟਰੀ ਐਂਡ ਵੀ ਹੈਵ ਟੂ ਵੇਕ ਅਪ। ਕਿਉਂਕਿ ਇਹ ਨਹੀਂ ਹੈਗਾ, ਕਿਉਂਕਿ ਇਹ ਬੰਦਿਆਂ ਨੇ ਕੀਤਾ ਕੀ ਆ ਸਿਸਟਮ ਦੇ ਵਿੱਚ, ਓਲੰਪਿਕ ਮੂਵਮੈਂਟ ਦੇ ਵਿੱਚ ਕੀ ਕੀਤਾ ਕਿ ਜੇ ਤਾਂ ਕੋਈ ਐਸੋਸੀਏਸ਼ਨ ਜਾਂ ਫੈਡਰੇਸ਼ਨ ਇਹਨਾਂ ਨਾਲ ਰਲ ਕੇ ਚੱਲਦੀ ਆ ਤਾਂ ਫਿਰ ਤਾਂ ਉਹ ਠੀਕ ਹੈ, ਜੇ ਇਹਨਾਂ ਨਾਲ ਰਲ ਕੇ ਨਹੀਂ ਚੱਲਦੀ ਤਾਂ ਫਿਰ ਇਹਨਾਂ ਨੂੰ ਜਾਂ ਤਾਂ ਇਹ ਲਿਟੀਗੇਸ਼ਨ 'ਚ ਉਲਝਾ ਲੈਂਦੇ ਆ ਜਾਂ ਕਿਸੇ ਨਾ ਕਿਸੇ ਸਿਸਟਮ 'ਚ ਉਲਝਾ ਲੈਂਦੇ ਆ। ਉਹ ਅਲਟੀਮੇਟਲੀ ਜਿਹੜਾ ਜੈਨੂਅਨ ਬੰਦਾ ਹੁੰਦਾ, ਜਾਂ ਤਾਂ ਉਹ ਇਹਨਾਂ ਨਾਲ ਲੜ ਪੈਂਦਾ, ਲੜ ਕੇ ਛੱਡ ਜਾਂਦਾ, ਤੇ ਬਹੁਤੇ ਬੰਦੇ ਜੁਰਤ ਨਹੀਂ ਕਰਦੇ ਕਿਉਂਕਿ ਪਾਵਰ ਵੀ ਹੈਗੀ ਆ। ਬਟ ਮੈਂ ਤਾਂ ਸਿਰਫ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਸਪੋਰਟਸਮੈਨ ਜਿਹੜਾ ਆ ਉਹ ਇਹਨਾਂ ਨਾਲ ਹਮੇਸ਼ਾ ਫਾਈਟ ਕਰ ਸਕਦਾ, ਐਂਡ ਸਪੋਰਟਸਮੈਨ ਇੰਨੇ ਵੀਕ ਨਹੀਂ ਹੁੰਦੇ ਜਿੰਨੇ ਸਮਝਦੇ ਆ। ਇਹਨਾਂ ਦੇ ਬਣਾਏ ਹੋਏ ਤਾਮ-ਝਾਮ ਦੇ ਵਿੱਚੋਂ ਵੀ ਜਿਹੜੀਆਂ ਆਪਾਂ ਕੰਫਰਟੇਬਲ ਵੋਟਾਂ ਲਈਆਂ, ਠੀਕ ਆ ਵੀ ਮੈਨੂੰ ਇਸ ਗੱਲ ਦੀ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਮੈਨੂੰ ਟੁੰਬਦਾ ਵੀ ਜਿਹੜੇ ਮੇਰੇ ਨਾਲ ਖੇਡੇ ਸੀਗੇ ਉਹਨਾਂ ਨੇ ਨਹੀਂ ਮੈਨੂੰ ਵੋਟ ਪਾਈ, ਕਿਉਂਕਿ ਅਸੀਂ ਕਦੀ ਇਹ ਗੱਲਾਂ ਸੋਚਦੇ ਹੁੰਦੇ ਸੀ ਵੀ ਯਾਰ ਜਦੋਂ ਇੱਦਾਂ ਹੋਊਗਾ ਤਾਂ ਇੱਦਾਂ ਕਰਾਂਗੇ, ਇੱਦਾਂ ਹੋਊਗਾ ਤਾਂ ਇੱਦਾਂ ਕਰਾਂਗੇ। ਪਰ ਜਿਹੜੇ ਉਹ 3-4 ਓਲੰਪੀਅਨ ਸੀ, ਉਹ ਅੱਜ ਵੀ ਮੇਰੀ ਗੱਲ ਕਿਤੇ ਨਾ ਕਿਤੇ ਜ਼ਹਿਨ ਦੇ ਵਿੱਚੋਂ ਉਹ ਟੁੰਬਦੇ ਜ਼ਰੂਰ ਆ ਕਿ ਯਾਰ ਸਾਲਾ ਵਕਤ ਨਾਲ ਤੁਸੀਂ ਵੀ ਬਹਿ ਗਏ। ਹਮੇਸ਼ਾ ਦਗਾ ਆਪਣੇ ਦਿੰਦੇ ਹੈਗੇ ਨਾ ਜੀ। ਪ੍ਰਗਟ ਭਾਈ, ਤੁਸੀਂ ਸਾਡੇ ਸਟੂਡੀਓ 'ਚ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ। ਖਿਡਾਰੀ ਭਾਵੇਂ ਖੇਡ ਮੈਦਾਨ ਵਿੱਚ ਖੇਡ ਰਿਹਾ ਹੋਵੇ ਜਾਂ ਫਿਰ ਕੋਈ ਸਿਆਸਤ ਦਾ ਖਿਡਾਰੀ ਹੋਵੇ, ਹਰੇਕ ਵਿੱਚ ਦੇਸ਼ ਭਾਵਨਾ ਤੇ ਦੇਸ਼ ਪ੍ਰਤੀ ਪਿਆਰ ਹੋਣਾ ਚਾਹੀਦਾ ਹੈ, ਤਾਂ ਹੀ ਸਾਡੀ ਰਾਸ਼ਟਰ ਪ੍ਰਤੀ ਸੱਚੀ ਸੋਚ ਨਾਲ ਦੇਸ਼ ਤਰੱਕੀ ਕਰੇਗਾ। ਫਿਲਹਾਲ ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਇੱਕ ਨਵੇਂ ਮੁੱਦੇ ਤੇ ਨਵੀਂ ਹਸਤੀ ਨਾਲ ਕੱਲ ਫਿਰ ਮਿਲਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।